ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਵਾਰ ਵਿਚਰਦੇ ਹੋਏ ਸਤਨਾਮ ਦਾ ਉਪਦੇਸ਼ ਕਰਦੇ ਕਰਦੇ ਇੱਕ ਨਗਰ ਦੇ ਬਾਹਰ ਇੱਕ ਖੂਹ ਤੇ ਜਾ ਕੇ ਬੈਠ ਗਏ। ਉਸ ਖੂਹ ਉੱਤੇ ਇੱਕ ਬੁੱਢਾ ਪੁਰਸ਼ ਬਲਦਾਂ ਨੂੰ ਹੱਕ ਰਿਹਾ ਸੀ ਤੇ 4 ਉਸਦੇ ਪੁੱਤਰ ਸਨ ਅਤੇ ਉਹਨਾਂ ਨੂੰ ਤਾੜ ਰਿਹਾ ਸੀ ਕਿ ਫਲਾਣਾ ਕੰਮ ਕਰੋ, ਇਹ ਕੰਮ ਕਰੋ, ਨਹੀਂ ਤਾਂ ਭੁੱਖੇ ਮਰ ਜਾਵੋਗੇ। ਅਗਰ ਮੈਂ ਨਾ ਹੋਵਾਂ ਤਾਂ ਤੁਸੀਂ ਕੋਈ ਕੰਮ ਹੀ ਨਾ ਕਰੋ। ਇਹ ਗੱਲਾਂ ਸੁਣ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਭਾਈ ਸੱਜਣਾ, ਹੁਣ ਤੂੰ ਬੁੱਢਾ ਹੋ ਗਿਆ ਹੈ, ਇੰਨਾ ਨਾ ਖਪਿਆ ਕਰ। ਇਹ ਮੋਹ ਦੁਖਦਾਈ ਹੈ, ਇਸ ਨੂੰ ਛੱਡ ਦੇ ਤੇ ਪਰਮੇਸ਼ਰ ਦਾ ਭਜਨ ਸਿਮਰਨ ਕਰ। ਤੈਨੂੰ ਅਸੀਂ ਮੁਕਤ ਕਰ ਦਿੰਦੇ ਹਾਂ। ਤੇਰੇ ਮੁੰਡਿਆਂ ਨੇ ਸਾਰੇ ਕੰਮ ਸੰਭਾਲ ਲਿੱਤੇ ਹੋਏ ਹਨ, ਕਿਉਂ ਚਿੰਤਾ ਕਰਦਾ ਹੈ? ਇਹ ਸੁਣ ਕੇ ਬੁੱਢੇ ਵਿਅਕਤੀ ਨੇ ਕਿਹਾ, ਜੇ ਮੈਂ ਕਲਪਦਾ ਹਾਂ ਤਾਂ ਹੀ ਇਹ ਮੁੰਡੇ ਕੰਮ ਕਰਦੇ ਹਨ, ਨਹੀਂ ਤਾਂ ਹੱਥ ਹੀ ਨਾ ਲਾਉਣ। ਜੇ ਮੈਂ ਮੁਕਤੀ ਵਾਲੇ ਪਾਸੇ ਲੱਗ ਗਿਆ ਤਾਂ ਇਹ ਸਾਰੇ ਭੁੱਖੇ ਮਰ ਜਾਣਗੇ। ਇਸ ਵਾਸਤੇ ਮੁਕਤੀ ਤੁਸੀਂ ਆਪਣੇ ਪਾਸ ਹੀ ਰੱਖੋ, ਮੈਂ ਮੁਕਤ ਨਹੀਂ ਹੋਣਾ ਚਾਹੁੰਦਾ। ਗੁਰੂ ਜੀ ਨੇ ਕਿਹਾ, ਚੰਗਾ ਭਾਈ, ਤੇਰੀ ਮਰਜ਼ੀ। ਜੇ ਤੂੰ ਅਜੇ ਮੋਹ ਦੀਆਂ ਚੋਟਾਂ ਖਾਣੀਆਂ ਹਨ ਤਾਂ ਹੋਰ ਖਾ ਲੈ, ਪਰ ਸਾਡੀ ਨਿਗਾਹ ਤੇਰੇ ਵੱਲ ਹੋ ਗਈ ਹੈ। ਅਸੀਂ ਤੈਨੂੰ ਮੁਕਤ ਕਰ ਦੇਣਾ ਹੈ। ਜਿਸ ਵੇਲੇ ਤੂੰ ਦੁਖੀ ਹੋ ਕੇ ਕਹੇਗਾ, ਫਿਰ ਤੈਨੂੰ ਮੁਕਤ ਕਰਾਂਗੇ। ਇਹ ਗੱਲ ਕਹਿ ਕੇ ਗੁਰੂ ਜੀ ਉੱਥੋਂ ਚਲੇ ਗਏ। ਕੁਝ ਸਮੇਂ ਪਿੱਛੋਂ ਉਹ ਵਿਅਕਤੀ ਬਿਮਾਰ ਪੈ ਗਿਆ ਤੇ ਮੌਤ ਦੇ ਦਿਨ ਵੀ ਨੇੜੇ ਆ ਗਏ। ਉਸ ਬੁੱਢੇ ਵਿਅਕਤੀ ਦੇ ਘਰ ਵਿੱਚ ਇੱਕ ਬੁੱਢਾ ਕਮਜ਼ੋਰ ਬਲਦ ਸੀ। ਮਰਨ ਸਮੇਂ ਉਸ ਵੱਲ ਫੁਰਨਾ ਚਲਾ ਗਿਆ ਕਿ ਮੇਰੇ ਮਰਨ ਪਿੱਛੋਂ ਮੇਰੇ ਲੜਕੇ ਔਖੇ ਹੋਣਗੇ, ਕਿਉਂਕਿ ਇਹ ਬਲਦ ਬੁੱਢਾ ਹੋ ਗਿਆ ਹੈ ਤੇ ਇਹਨਾਂ ਨੂੰ ਹੋਰ ਨਵਾਂ ਖਰੀਦਣਾ ਪਵੇਗਾ। ਇਸ ਤਰ੍ਹਾਂ ਸੰਕਲਪ ਕਰਦਿਆਂ ਕਰਦਿਆਂ ਉਸ ਦੇ ਪ੍ਰਾਣ ਨਿਕਲ ਗਏ। ਉਸ ਦੇ ਘਰ ਵਿੱਚ ਇੱਕ ਗਾਂ ਸੂਣ ਵਾਲੀ ਸੀ। ਉਸੇ ਵਿੱਚ ਪ੍ਰਵੇਸ਼ ਕਰਕੇ ਉਹ ਵੱਛਾ ਹੋ ਕੇ ਉਸੇ ਘਰ ਜੰਮ ਪਿਆ। ਲੜਕਿਆਂ ਨੇ ਪਾਲਿਆ, ਲੋੜ ਮੁਤਾਬਕ ਖੂਹ ਅਤੇ ਹਲ ਨਾਲ ਜੋੜ ਲਿਆ ਕਰਨ। 4-5 ਸਾਲ ਪਿੱਛੋਂ ਗੁਰੂ ਜੀ ਫਿਰ ਆਏ। ਉਸ ਬੁੱਢੇ ਬਾਬੇ ਦੇ ਲੜਕੇ ਮਿਲੇ। ਉਹਨਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ, ਤੁਹਾਡਾ ਬੁੱਢਾ ਬਾਬਾ ਕਿੱਥੇ ਹੈ? ਲੜਕਿਆਂ ਨੇ ਕਿਹਾ, ਉਹ ਤਾਂ 4-5 ਸਾਲ ਪਹਿਲਾਂ ਮਰ ਗਿਆ ਹੈ। ਫਿਰ ਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਉਹ ਤਾਂ ਮਰ ਕੇ ਬਲਦ ਬਣਿਆ ਹੋਇਆ ਹੈ। ਫਿਰ ਗੁਰੂ ਜੀ ਨੇ ਉਸੇ ਬਲਦ ਪਾਸ ਜਾ ਕੇ ਉਸ ਨੂੰ ਪਿਛਲੀ ਗਿਆਤ ਦੇ ਕੇ ਕਿਹਾ, ਭਾਈ, ਤੈਨੂੰ ਕਿਹਾ ਸੀ ਕਿ ਤੂੰ ਭਜਨ ਕਰਕੇ ਮੁਕਤੀ ਲੈ ਲੈ, ਪਰ ਤੂੰ ਨਹੀਂ ਲਿੱਤੀ। ਹੁਣ ਤੂੰ ਬਲਦ ਬਣ ਕੇ ਔਖਾ ਹੋ ਰਿਹਾ ਹੈ। ਜੇ ਮਰਜ਼ੀ ਹੈ ਤਾਂ ਹੁਣ ਮੁਕਤੀ ਲੈ ਲੈ। ਫਿਰ ਵੀ ਉਹ ਮੋਹ ਵਿੱਚ ਫਸਿਆ ਆਖਦਾ ਹੈ, ਜੋ ਆਪ ਮੈਨੂੰ ਮੁਕਤ ਕਰੋਗੇ ਤਾਂ 500 ਦਾ ਮੈਂ ਮਰਾਂਗਾ ਤੇ ਮੇਰੇ ਬੱਚੇ ਹੋਰ ਨਵਾਂ ਬਲਦ ਖਰੀਦਣਗੇ ਤਾਂ 500 ਦਾ ਹੋਰ ਲੈਣਗੇ। ਇਹਨਾਂ ਪੁੱਤਰਾਂ ਨੂੰ 1000 ਰੁਪਏ ਦੀ ਸੱਟ ਪੈ ਜਾਵੇਗੀ। ਇਹ ਵਿਚਾਰੇ ਕਰਜ਼ਾਈ ਹੋ ਜਾਣਗੇ। ਕਰਜ਼ਾ ਕਿਵੇਂ ਲਾਣਗੇ? ਇਹ ਆਖ ਕੇ ਕਹਿੰਦਾ ਹੈ, ਮੈਂ ਮੁਕਤ ਨਹੀਂ ਹੋਣਾ ਚਾਹੁੰਦਾ। ਗੁਰੂ ਜੀ ਫਿਰ ਚਲੇ ਗਏ। ਕੁਝ ਸਮੇਂ ਪਿੱਛੋਂ ਉਹ ਬਲਦ ਆਪਣੀ ਉਮਰ ਭੋਗ ਕੇ ਵਾਸ਼ਨਾ ਅਨੁਸਾਰ ਫਿਰ ਕੁੱਤੇ ਦੇ ਜਨਮ ਵਿੱਚ ਪੈ ਗਿਆ। ਇਹਨਾਂ ਦੇ ਘਰ ਦਾ ਪਿਛਵਾੜਾ ਪਾਸਾ ਸੁੰਨਾ ਸੀ। ਸਾਰੀ ਰਾਤ ਬੰਨਿਆ ਰਿਹਾ ਕਰੇ ਤੇ ਬੈਠ ਕੇ ਭੌਂਕਦਾ ਰਿਹਾ ਕਰੇ। ਗੁਰੂ ਨਾਨਕ ਦੇਵ ਜੀ ਤੀਜੀ ਵਾਰ ਫੇਰ ਆ ਪਹੁੰਚੇ। ਸ਼ਕਤੀ ਨਾਲ ਦੇਖਿਆ, ਹੁਣ ਉਹ ਇੱਕ ਕੁੱਤਾ ਬਣਿਆ ਹੋਇਆ ਹੈ। ਗੁਰੂ ਜੀ ਨੇ ਪਾਸ ਜਾ ਕੇ ਸੂਰਤ ਦੇ ਕੇ ਪੁੱਛਿਆ, ਸੁਣਾ ਭਾਈ, ਹੁਣ ਮੁਕਤ ਕਰ ਦਈਏ? ਤਾਂ ਉਸਨੇ ਕਿਹਾ, ਗੁਰੂ ਜੀ, ਇਹ ਮੇਰੇ ਮੁੰਡੇ, ਪੋਤਰੇ, ਨੋਹਾਂ ਆਦਿ ਸਾਰੇ ਜੀਆ ਜੰਤ ਬੇਪਰਵਾਹ ਹਨ। ਸਾਰੇ ਬੇਫਿਕਰ ਹੋ ਕੇ ਲੰਮੀਆਂ ਚਾਦਰਾਂ ਤਾਣ ਕੇ ਰਾਤ ਨੂੰ ਸੋ ਜਾਂਦੇ ਹਨ। ਮੈਂ ਸਾਰੀ ਰਾਤ ਪਹਿਰਾ ਰੱਖਦਾ ਹਾਂ। ਜੇ ਮੈਂ ਨਾ ਹੁੰਦਾ ਤਾਂ ਇਹਨਾਂ ਦਾ ਅੱਜ ਨੂੰ ਝੁੱਗਾ ਚੋੜ ਹੋ ਜਾਣਾ ਸੀ। ਚੋਰਾਂ ਨੇ ਲੁੱਟ ਕੇ ਲੈ ਜਾਣਾ ਸੀ। ਕੁੱਤਾ ਬਣ ਕੇ
ਮੈਂ ਭੌਂਕਦਾ ਰਹਿੰਦਾ ਹਾਂ। ਇਸ ਕਰਕੇ ਕੋਈ ਚੋਰ ਨੇੜੇ ਨਹੀਂ ਆਉਂਦਾ। ਮੈਂ ਨਹੀਂ ਮੁਕਤ ਹੋਣਾ। ਮੈਨੂੰ ਤਾਂ ਪਰਿਵਾਰ ਦੀ ਸੁੱਖ ਚਾਹੀਦੀ ਹੈ। ਗੁਰੂ ਜੀ ਮੋਹ ਦਾ ਪ੍ਰਤਾਪ ਦੇਖ ਕੇ ਹੱਸ ਕੇ ਚਲੇ ਗਏ। ਇਹ ਕੁੱਤੇ ਦਾ ਸਰੀਰ ਛੱਡ ਕੇ ਘਰ ਵਿੱਚ ਜਿੱਥੇ ਪੈਸੇ ਦੱਬੇ ਹੋਏ ਸਨ ਕਿ ਕੋਈ ਚੋਰੀ ਕਰਕੇ ਨਾ ਲੈ ਜਾਏ। ਮਰਨ ਵੱਲੋਂ ਇਸ ਵਾਸ਼ਨਾ ਕਰਕੇ ਮੋਹ ਦਾ ਮਾਰਿਆ ਹੋਇਆ ਸੱਪ ਬਣ ਕੇ ਉਸ ਉੱਤੇ ਰਹਿਣ ਲੱਗ ਪਿਆ। ਕੁਝ ਸਮਾਂ ਲੰਘ ਗਿਆ। ਇੱਕ ਦਿਨ ਘਰ ਦੇ ਸਾਰੇ ਜੀਅ ਚਲੇ ਗਏ, ਕੋਈ ਹਲ ਵਾਹੁਣ ਤੇ ਕੋਈ ਪੱਠੇ ਲੈਣ, ਤੇ ਮਾਈਆਂ ਬੀਬੀਆਂ ਕਪਾਹ ਚੁਗਣ ਵਾਸਤੇ ਚਲੀਆਂ ਗਈਆਂ। ਇੱਕ ਗੋਦੀ ਦੇ ਲੜਕੇ ਨੂੰ ਘਰ ਵਿੱਚ ਭੰਗੂੜੇ ਤੇ ਪਾ ਗਈਆਂ। ਜਿਸ ਵੇਲੇ ਉਹ ਲੜਕਾ ਪਿੱਛੋਂ ਰੋਣ ਲੱਗਾ ਤਾਂ ਇਹ ਸੱਪ ਜੂਣ ਵਿੱਚ ਉਸ ਬੱਚੇ ਦੀ ਆਵਾਜ਼ ਸੁਣ ਕੇ ਮੋਹ ਵਿੱਚ ਫਸਿਆ ਹੋਇਆ ਉਸ ਬੱਚੇ ਨੂੰ ਪਰਚਾਉਣ ਵਾਸਤੇ ਰੱਸੇ ਰਾਹੀਂ ਉਤਰ ਰਿਹਾ ਸੀ। ਇਸਨੇ ਇਹ ਨਾ ਸੋਚਿਆ ਕਿ ਮੇਰਾ ਸੱਪ ਦਾ ਸਰੀਰ ਹੈ, ਬੱਚੇ ਨੂੰ ਜ਼ਹਿਰ ਚੜ ਜਾਏਗੀ। ਇਹ ਤਾਂ ਅਜੇ ਰੱਸੇ ਰਾਹੀਂ ਉਤਰ ਹੀ ਰਿਹਾ ਸੀ। ਇੰਨੇ ਨੂੰ ਕੋਈ ਬਾਹਰੋਂ ਆ ਗਿਆ। ਉਸਨੇ ਸੱਪ ਨੂੰ ਵੇਖ ਕੇ ਮਾਰ ਦਿੱਤਾ। ਉਸ ਤੋਂ ਬਾਅਦ ਮਰ ਕੇ ਇਹ ਫਿਰ ਸਾਰੇ ਘਰ ਦਾ ਜੂਠਾ ਤੇ ਗੰਦਾ ਪਾਣੀ ਜਿਸ ਨਾਲੇ ਵਿੱਚ ਪੈਂਦਾ ਸੀ, ਉਸ ਵਿੱਚ ਨਿੱਕਾ ਜਿਹਾ ਕੀੜਾ ਬਣ ਕੇ ਰਹਿਣ ਲੱਗ ਪਿਆ ਤੇ ਬੜੀ ਦੁਖੀ ਹੋਇਆ। ਇੰਨੇ ਨੂੰ ਗੁਰੂ ਜੀ ਵਿਚਰਦੇ ਵਿਚਰਦੇ ਉੱਥੇ ਆ ਪਹੁੰਚੇ ਅਤੇ ਮੁੰਡਿਆਂ ਨੇ ਮੱਥਾ ਟੇਕਿਆ। ਗੁਰੂ ਜੀ ਨੇ ਆਪਣੀ ਦਿਵ ਦ੍ਰਿਸ਼ਟੀ ਦੁਆਰਾ ਤੱਕਿਆ ਤਾਂ ਘਰ ਦੇ ਜੁੱਠੇ ਗੰਦੇ ਪਾਣੀ ਵਿੱਚ ਕੀੜਾ ਰੂਪ ਬਣਿਆ ਦੇਖਿਆ ਅਤੇ ਭਾਈ ਮਰਦਾਨੇ ਨੂੰ ਕਿਹਾ, ਇਸ ਟੋਹੇ ਵਿੱਚ ਇਹ ਕੀੜਾ ਕੱਢ ਦੇ। ਭਾਈ ਮਰਦਾਨੇ ਨੇ ਆਖਿਆ, ਗੁਰੂ ਜੀ, ਇਸ ਕੀੜੇ ਨਾਲ ਤੁਹਾਡਾ ਕੀ ਕੰਮ ਹੈ? ਗੰਦੇ ਪਾਣੀ ਵਿੱਚ ਹੱਥ ਕਿਉਂ ਪਾਉਂਦੇ ਹੋ? ਗੁਰੂ ਜੀ ਨੇ ਆਖਿਆ, ਭਾਈ ਮਰਦਾਨਿਆ, ਡਰ ਨਾ, ਹੱਥ ਧੋ ਲਈ। ਸਾਡਾ ਇਸ ਨਾਲ ਬਹੁਤ ਦੇਰ ਦਾ ਕੰਮ ਹੈ। ਭਾਈ ਮਰਦਾਨੇ ਨੇ ਡੱਕੇ ਨਾਲ ਕੱਢ ਕੇ ਕੀੜਾ ਬਾਹਰ ਰੱਖ ਦਿੱਤਾ। ਗੁਰੂ ਜੀ ਨੇ ਭਾਈ ਮਰਦਾਨੇ ਦੇ ਹੱਥ ਧੁਆ ਕੇ ਉਸ ਕੀੜੇ ਤੇ ਪਾਣੀ ਪਵਾਇਆ। ਉਸ ਦੀ ਸੂਰਤ ਨੂੰ ਜਗਾ ਕੇ ਪੁੱਛਿਆ, ਭਾਈ ਦੱਸ, ਤੇਰਾ ਹਾਲ ਕਿਵੇਂ ਗੁਜ਼ਰਦਾ ਹੈ? ਉਸ ਵੇਲੇ ਕੀੜੇ ਰੂਪ ਵਿੱਚ ਪਿਆ ਹੋਇਆ ਬੁੱਢਾ ਵਿਅਕਤੀ ਸਰੀਰ ਨੂੰ ਹਿਲਾ ਕੇ ਕਿਰਕਰਾ ਕੇ ਬੋਲਿਆ ਤੇ ਰੋ ਪਿਆ, ਗੁਰੂ ਜੀ, ਮੈਂ ਬਹੁਤ ਦੁਖੀ ਹਾਂ, ਹੁਣ ਮੈਨੂੰ ਛੁਡਾਓ। ਤਾਂ ਗੁਰੂ ਜੀ ਨੇ ਆਪਣੇ ਹੱਥ ਪਰ ਲੈ ਕੇ ਸਤਨਾਮ ਵਾਹਿਗੁਰੂ ਕਹਿ ਕੇ ਪਾਣੀ ਦਾ ਛੱਟਾ ਮਾਰ ਕੇ ਉਸ ਨੂੰ ਮੁਕਤ ਕਰ ਦਿੱਤਾ। ਉਸ ਤੋਂ ਬਾਅਦ ਕੀੜੇ ਦਾ ਸਰੀਰ ਤਿਆਗ ਕੇ ਇੱਕ ਦਿਵ ਮੂਰਤੀ ਧਾਰ ਕੇ ਆਕਾਸ਼ ਵਿੱਚ ਖਲੋ ਕੇ ਬੋਲਿਆ ਤੇ ਸਾਰਾ ਪਰਿਵਾਰ ਉਸ ਨੂੰ ਦੇਖਦਾ ਹੈ। ਉਹ ਆਪਣੇ ਪਰਿਵਾਰ ਨੂੰ ਕਹਿੰਦਾ ਹੈ ਕਿ ਮੈਂ ਤੁਹਾਡਾ ਬ੍ਰਿਧ ਬਾਬਾ, ਮੈਂ ਤੁਹਾਡੇ ਮੋਹ ਵਿੱਚ ਫਸੇ ਹੋਏ ਨਹੀਂ। ਬੈਲ, ਕੁੱਤਾ, ਸੱਪ, ਕੀੜਾ ਆਦਿ ਜਨਮ ਧਾਰੇ ਹਨ। ਬਹੁਤ ਦੁੱਖ ਭੋਗਿਆ ਹੈ, ਪਰ ਤੁਸੀਂ ਮੋਹ ਵਿੱਚ ਨਾ ਫਸਣਾ। ਤੁਹਾਡੇ ਘਰ ਪਰਮੇਸ਼ਰ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਬੈਠੇ ਹਨ। ਤੁਸੀਂ ਇਹਨਾਂ ਦੀ ਚੰਗਾ ਤਰ੍ਹਾਂ ਸੇਵਾ ਕਰੋ, ਇਹਨਾਂ ਦੇ ਬਚਨ ਮੰਨ ਕੇ ਸੁਖ ਭੋਗੋ। ਯੂੰ ਕਹਿ ਕੇ ਇੱਕ ਸੋਹਣੇ ਬਿਬਾਨ ਪਰ ਬੈਠ ਕੇ ਬੈਕੁੰਠ ਧਾਮ ਵਿੱਚ ਚਲਾ ਗਿਆ। ਸਾਧ ਸੰਗਤ ਜੀ, ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖੋ।